प्यारे विद्यार्थियों, ਜਦੋਂ ਸਾਹਿਤ ਦੀ ਗੱਲ ਆਉਂਦੀ ਹੈ, ਸਾਹਿਤ ਨੂੰ ਸੋਹਣਾ ਬਣਾਉਣ ਵਾਲੇ ਢੰਗ ਤਰੀਕਿਆਂ ਤੇ ਚਰਚਾ ਹੁੰਦੀ ਹੈ ਤਾਂ ਖਾਸ ਤੌਰ ਤੇ ਜ਼ਿਕਰ ਆਉਂਦਾ ਹੈ ਅਲੰਕਾਰਾਂ ਦਾ। ਅਲੰਕਾਰ ਜਿਹੜੇ ਕਿ ਕਵਿਤਾ ਨੂੰ, ਸਾਹਿਤ ਨੂੰ ਸਜਾ ਦਿੰਦੇ ਹਨ, ਚਾਰ ਚੰਨ ਲਗਾ ਦਿੰਦੇ ਹਨ, ਪ੍ਰਭਾਵਸ਼ਾਲੀ ਬਣਾਉਂਦੇ ਹਨ, ਸੋਹਣਾ ਬਣਾਉਂਦੇ ਹਨ, ਉਸ ਵਿੱਚ ਚਮਤਕਾਰ ਭਰ ਦਿੰਦੇ ਹਨ। ਸੋ ਇਹ ਅਲੰਕਾਰ ਕੀ ਹਨ, ਕਿਉਂ ਜ਼ਰੂਰੀ ਹਨ, ਕਿਹੜੇ-ਕਿਹੜੇ ਅਲੰਕਾਰ ਪ੍ਰਸਿੱਧ ਹਨ, ਇਹਨਾਂ ਦੀ ਪਛਾਣ ਕੀ ਆ ਤੇ ਕੱਲੇ-ਕੱਲੇ ਅਲੰਕਾਰ ਨੂੰ ਕਿਵੇਂ ਨਿਹਾਰਿਆ ਜਾ ਸਕਦਾ। ਹੁਣ ਆਪਾਂ ਇਸ ਅੱਜ ਦੀ ਗੱਲਬਾਤ ਦੇ ਵਿੱਚ ਇਸ ਤੇ ਵਿਚਾਰ ਚਰਚਾ ਕਰਾਂਗੇ। ਜਾਣਕਾਰੀ ਸਾਡੀ ਹੋਏਗੀ, ਉਦਾਹਰਨਾਂ ਤੁਹਾਡੀਆਂ ਹੋਣਗੀਆਂ। ਸੋ ਤੁਸੀਂ ਨਾਲ-ਨਾਲ ਆਪਣੀਆਂ ਦਿਮਾਗੀ ਜੁਗਤਾਂ ਵੀ ਲੜਾਉਂਦੇ ਜਾਣਾ, ਸੋਹਣੀਆਂ ਕਵਿਤਾਵਾਂ ਦੀਆਂ ਉਦਾਹਰਨਾਂ ਨੂੰ ਇਕੱਠੇ ਕਰੀ ਜਾਣਾ ਤੇ ਇਸ ਤਰ੍ਹਾਂ ਨਾਲ ਅਸੀਂ ਸਮਝ ਸਕਾਂਗੇ ਕਿ ਕੋਈ ਸਾਹਿਤ ਰੂਪ ਸਾਨੂੰ ਬੜਾ ਚੰਗਾ ਲੱਗਦਾ ਤਾਂ ਕਿਉਂ ਚੰਗਾ ਲੱਗਦਾ, ਕੀ ਖਾਸੀਅਤ ਉਸ ਪਿੱਛੇ ਹੁੰਦੀ ਹੈ, ਕੋਈ ਗੀਤ ਇੰਨਾ ਪਸੰਦ ਕਿਉਂ ਆਉਂਦਾ, ਉਸ ਪਿੱਛੇ ਕਿਤੇ ਨਾ ਕਿਤੇ ਅਲੰਕਾਰ ਜ਼ਰੂਰ ਕੰਮ ਕਰਦੇ ਹੁੰਦੇ ਨੇ। ਇਸੇ ਤਰ੍ਹਾਂ ਅਸੀਂ ਖੁਦ ਵੀ ਸਾਹਿਤ ਲਿਖਣਾ ਹੋਵੇ, ਮੰਨ ਲਓ ਕਿ ਤੁਸੀਂ ਆਪ ਸਾਹਿਤ ਰਚਨਾ ਕਰਨ ਲੱਗੇ ਹੋ, ਤਾਂ ਤੁਸੀਂ ਕੀ ਕਰੋਗੇ, ਤੁਸੀਂ ਕੁਝ ਖਿਆਲ ਰੱਖੋਗੇ ਕੁਝ ਨੁਕਤਿਆਂ ਦਾ ਜਿਹਦੇ ਨਾਲ ਰਚਨਾ ਨੂੰ ਵੱਧ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਤੇ ਉਹਨਾਂ ਦੇ ਵਿੱਚ ਇੱਕ ਖਾਸ ਨੁਕਤਾ ਹੈ ਅਲੰਕਾਰ ਦਾ। ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਜਾਣਕਾਰੀ ਦਾ ਆਦਾਨ ਪ੍ਰਦਾਨ ਤੇ ਅਲੰਕਾਰ ਦੇ ਬਾਰੇ 'ਚ ਹੋਰ ਬਹੁਤ ਸਾਰੀ ਜਾਣਕਾਰੀ ਦੀ ਦੁਨੀਆ ਨੂੰ ਗਾ ਕੇ ਆਉਂਦੇ ਹਾਂ। ਚਲੋ, ਅਲੰਕਾਰ ਦੀ ਪਰਿਭਾਸ਼ਾ ਹੋਈ ਰਚਨਾ ਨੂੰ ਪ੍ਰਭਾਵਸ਼ਾਲੀ ਬਣਾਉਣ ਵਾਲੀਆਂ ਸਾਹਿਤਿਕ ਜੁਗਤਾਂ, ਸਾਹਿਤਿਕ ਢੰਗ ਤਰੀਕੇ ਜਿਨ੍ਹਾਂ ਨਾਲ ਰਚਨਾ ਸੋਹਣੀ ਬਣਦੀ ਹੈ। ਜਿਵੇਂ ਗਹਿਣੇ ਜਾਂ ਜ਼ੇਵਰ ਸਾਨੂੰ ਸਜਾਉਂਦੇ ਹਨ, ਤਿਵੇਂ ਅਲੰਕਾਰ ਕਵਿਤਾ ਆਦਿ ਸਾਹਿਤ ਰੂਪ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੰਦੇ ਹਨ। ਇਸ ਲਈ ਇਹਨਾਂ ਨੂੰ ਹਾਲ ਹਮੇਲਾਂ ਗਹਿਣਿਆਂ ਵਾਂਗ ਮੰਨਿਆ ਜਾਂਦਾ ਹੈ। ਗੱਲ ਕਰਦੇ ਹਾਂ ਅਲੰਕਾਰਾਂ ਦੇ ਵਰਗੀਕਰਨ ਦੀ। ਸੋ ਅਲੰਕਾਰ ਤਿੰਨ ਕਿਸਮ ਦੇ ਹੁੰਦੇ ਹਨ: ਸ਼ਬਦ ਅਲੰਕਾਰ, ਅਰਥ ਅਲੰਕਾਰ ਅਤੇ ਸ਼ਬਦਾਰਥ ਅਲੰਕਾਰ। ਅਗਰ ਇਕੱਲੀ ਵੰਨਗੀ ਵੱਲ ਵੇਖੀਏ ਤਾਂ ਸ਼ਬਦ ਅਲੰਕਾਰ ਉਹ ਅਲੰਕਾਰ ਹਨ ਜਿਨ੍ਹਾਂ ਵਿੱਚ ਸ਼ਬਦ ਦੇ ਉੱਪਰ ਹੀ ਰਚਨਾ ਦੀ ਸੁੰਦਰਤਾ ਨਿਰਭਰ ਕਰਦੀ ਹੈ। ਅਰਥ ਅਲੰਕਾਰ ਵਿੱਚ ਸ਼ਬਦ ਦੇ ਅਰਥ ਉੱਪਰ ਨਿਰਭਰ ਕਰਦੀ ਹੈ ਤੇ ਸ਼ਬਦਾਰਥ ਅਲੰਕਾਰ ਵਿੱਚ ਇਹਨਾਂ ਦੋਹਾਂ ਉੱਪਰ, ਸ਼ਬਦ ਅਤੇ ਅਰਥ ਦੋਹਾਂ ਤੇ ਨਿਰਭਰ ਕਰਦੀ ਹੈ। ਆਓ ਪਹਿਲਾਂ ਵੇਖਦੇ ਹਾਂ ਸ਼ਬਦ ਅਲੰਕਾਰ ਕੀ ਹੁੰਦਾ ਹੈ। ਜਦੋਂ ਕਿਸੇ ਰਚਨਾ ਦਾ ਸੋਹਜ ਕਿਸੇ ਖਾਸ ਸ਼ਬਦ ਤੇ ਹੀ ਨਿਰਭਰ ਕਰਦਾ ਹੈ, ਜੇ ਅਸੀਂ ਉਹ ਸ਼ਬਦ ਬਦਲ ਦਈਏ, ਉਸੇ ਹੀ ਅਰਥ ਵਾਲਾ ਕੋਈ ਹੋਰ ਸ਼ਬਦ ਵਿੱਚ ਜੋੜ ਦਈਏ ਤਾਂ ਰਚਨਾ ਦੀ ਸੁੰਦਰਤਾ ਖਤਮ ਹੋ ਜਾਂਦੀ ਹੈ। ਇਸ ਕਰਕੇ ਆਪਾਂ ਉਦਾਹਰਣ ਤੋਂ ਸਮਝ ਸਕਦੇ ਹਾਂ, ਜਿਵੇਂ ਡੋਲੀ ਜਾਨ ਮੇਰੀ ਡਾਵਾਂ ਡੋਲ ਹੋਈ, ਡੋਲੀ ਲਈ ਜਾਣ ਕੁਮਾਰ ਮਾਏ। ਡੋਲੀ ਸ਼ਬਦ ਉੱਪਰ ਰਚਨਾ ਦੀ ਸੁੰਦਰਤਾ ਨਿਰਭਰ ਕਰਦੀ ਹੈ। ਅਗਲੀ ਉਦਾਹਰਣ ਵੇਖੋ, ਤੇਰੀ ਚਾਹ ਦੀ ਨਹੀਂ ਹੈ ਚਾਹ ਮੈਨੂੰ ਚਾਹ ਬਾਝ ਨਾ ਚਾਹ ਦੀ ਚਾਹ ਰਹੀ। ਚਾਹ ਸ਼ਬਦ ਕੁਝ ਖਾਸ ਹੈ, ਜੇ ਆਪਾਂ ਇਹਦੇ ਹੀ ਅਰਥਾਂ ਦੇ ਹੋਰ ਸ਼ਬਦ ਪਾਈਏ, ਤੇਰੀ ਚਾਹ ਦੀ ਨਹੀਂ ਹੈ ਹਸਰਤ ਮੈਨੂੰ ਇੱਛਾ ਬਿਨਾਂ ਨਾ ਚਾਹ ਦੀ ਤਲਬ ਰਹੀ, ਤਾਂ ਸੁੰਦਰਤਾ ਹੀ ਖਤਮ ਹੋ ਜਾਂਦੀ ਹੈ। ਇਹ ਸੀ ਸ਼ਬਦ ਅਲੰਕਾਰ। ਅਰਥ ਅਲੰਕਾਰ ਦੀ ਗੱਲ ਕਰੀਏ ਤਾਂ ਇੱਥੇ ਰਚਨਾ ਦੀ ਸੁੰਦਰਤਾ ਕਿਸੇ ਸ਼ਬਦ ਦੇ ਅਰਥ ਉੱਪਰ ਨਿਰਭਰ ਕਰਦੀ ਹੈ। ਜੇ ਉਸੇ ਹੀ ਅਰਥ ਵਾਲਾ ਕੋਈ ਹੋਰ ਸ਼ਬਦ ਪਾ ਦਈਏ ਤਾਂ ਵੀ ਰਚਨਾ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ। ਜਿਵੇਂ ਉਸ ਦਾ ਮੁੱਖ ਚੰਦ ਵਾਂਗ ਚਮਕਦਾ ਹੈ, ਅਗਰ ਇਹ ਕਹਿ ਲਈਏ ਕਿ ਉਸ ਦਾ ਚਿਹਰਾ ਚੰਦਰਮਾ ਵਾਂਗ ਲਿਸ਼ਕਦਾ ਹੈ ਤਾਂ ਵੀ ਗੱਲ ਉਹੀ ਰਹਿ ਗਈ, ਤਾਂ ਵੀ ਸੁੰਦਰਤਾ ਉਸੇ ਤਰ੍ਹਾਂ ਹੀ ਕਾਇਮ ਰਹੇਗੀ। ਅੱਗੋਂ ਗੱਲ ਕਰਦੇ ਹਾਂ ਸ਼ਬਦਾਰਥ ਅਲੰਕਾਰ ਦੀ, ਜਿਸ ਵਿੱਚ ਰਚਨਾ ਸ਼ਬਦ ਅਤੇ ਅਰਥ ਦੋਹਾਂ ਉੱਪਰ ਹੀ ਨਿਰਭਰ ਕਰਦੀ ਹੈ। ਭਾਵੇਂ ਪੰਜਾਬੀ ਸਾਹਿਤ ਵਿੱਚ ਇਸ ਦੀ ਬਹੁਤੀ ਵਰਤੋਂ ਨਹੀਂ ਹੋਈ, ਫਿਰ ਵੀ ਸ਼ੇਖ ਫਰੀਦ ਜੀ ਦੀ ਰਚਨਾ ਵਿੱਚ ਜਾਂ ਕੁਝ ਕੁ ਹੋਰ ਕਵੀਆਂ ਵਿੱਚ ਇਹ ਮਿਲਦੀ ਹੈ। ਹੁਣ ਉਦਾਹਰਨਾਂ ਵੇਖੋ ਕਿ ਅਲੰਕਾਰਾਂ ਦੀ ਕਿਸਮ ਦੀ ਗੱਲ ਕਰੀਏ ਤਾਂ ਸ਼ਬਦ ਅਲੰਕਾਰ ਵਿੱਚ ਅਨੁਪ੍ਰਾਸ, ਵੀਪਸਾ ਤੇ ਯਮਕ ਇਹ ਅਲੰਕਾਰ ਜ਼ਿਆਦਾ ਪ੍ਰਸਿੱਧ ਹਨ। ਅਰਥ ਅਲੰਕਾਰਾਂ ਵਿੱਚ ਰੂਪਕ, ਉਪਮਾ, ਅਤਕਥਨੀ ਤੇ ਦ੍ਰਿਸ਼ਟਾਂਤ ਅਲੰਕਾਰ ਜ਼ਿਆਦਾ ਮੋਹਰੀ ਹਨ ਤੇ ਸ਼ਬਦਾਰਥ ਅਲੰਕਾਰ ਜਿਵੇਂ ਕਿ ਸਸ੍ਰਿਸ਼ਟੀ ਅਲੰਕਾਰ। ਆਓ ਪਹਿਲਾਂ ਚੱਲਦੇ ਹਾਂ ਸ਼ਬਦ ਅਲੰਕਾਰ ਵੱਲ ਤੇ ਅਨੁਪ੍ਰਾਸ ਅਲੰਕਾਰ ਦੀ ਗੱਲ ਕਰਦੇ ਹਾਂ। ਅਨੁਪ੍ਰਾਸ
जद किसी रचना विच किसी आवाज़ ਜਾਂ ਧੁਨੀ ਜਾਂ ਸ਼ਬਦ ਆਦਿ ਦੀ ਵਾਰ-ਵਾਰ ਵਰਤੋਂ ਕਰਕੇ ਸੁੰਦਰਤਾ ਭਰੀ ਹੋਵੇ। ਜਿਵੇਂ ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ। ਇੱਥੇ ਸਾਫ਼ ਪਤਾ ਲੱਗਦਾ ਹੈ ਦ ਦੀ ਆਵਾਜ਼ ਵਾਰ-ਵਾਰ ਆਈ ਹੋਈ ਹੈ। ਅਤਕਥਨੀ ਅਲੰਕਾਰ ਜਿਹੜਾ ਕਿ ਅਰਥ ਅਲੰਕਾਰ ਆ, ਉਸ ਵੱਲ ਝਾਤੀ ਮਾਰੀਏ ਤਾਂ ਜਦ ਕਿਸੇ ਰਚਨਾ ਜਾਂ ਬਿਆਨ ਨੂੰ ਇੰਨਾ ਜ਼ਿਆਦਾ ਵਧਾ ਚੜਾ ਕੇ ਪੇਸ਼ ਕੀਤਾ ਜਾਵੇ ਕਿ ਉਹ ਅਸਲੀਅਤ ਤੋਂ ਹੀ ਦੂਰ ਹੋ ਜਾਵੇ, ਉੱਥੇ ਹੁੰਦਾ ਹੈ ਅਤ ਦਾ ਕਥਨ ਭਾਵ ਵਧਾਈ ਚੜਾਈ ਗੱਲ, ਅਤ ਕਥਨੀ ਅਲੰਕਾਰ। ਜਿਵੇਂ ਮੇਰੀ ਉੱਡਦੀ ਵੇਖ ਫੁਲਕਾਰੀ ਕਣਕਾਂ ਦਾ ਰੰਗ ਉੱਡਿਆ, ਜਾਂ ਫਿਰ ਘੁੰਡ ਕੱਢ ਲੈ ਪੱਤਣ 'ਤੇ ਖੜੀ ਏ ਨੀ ਪਾਣੀਆਂ ਨੂੰ ਅੱਗ ਲੱਗ ਜਾਊ। ਹੁਣ ਫੁਲਕਾਰੀ ਉੱਡਣ ਨਾਲ ਕਣਕਾਂ ਦਾ ਰੰਗ ਤਾਂ ਨਹੀਂ ਉੱਡ ਸਕਦਾ, ਪਰ ਫਿਰ ਵੀ ਕਹਿਣ ਵਾਲਿਆਂ ਨੇ ਕਹਿ ਦਿੱਤਾ ਕਿਉਂਕਿ ਗੱਲ ਵਧਾ ਚੜਾ ਕੇ ਕਰਨੀ ਸੀ, ਇਸ ਕਰਕੇ ਇੱਥੇ ਅਤ ਦਾ ਕਥਨ ਹੈ, ਅਤ ਕਥਨੀ ਅਲੰਕਾਰ ਵਰਤਿਆ ਗਿਆ ਹੈ। ਹੁਣ ਵੇਖਦੇ ਹਾਂ ਉਪਮਾ ਅਲੰਕਾਰ ਵੱਲ। ਉਪਮਾ ਅਲੰਕਾਰ ਤਦ ਹੁੰਦਾ ਹੈ ਜਦ ਕਿਸੇ ਰਚਨਾ 'ਚ ਇੱਕ ਧਿਰ ਦੀ ਸਾਂਝ ਜਾਂ ਸਮਾਨਤਾ ਜਾਂ ਤੁਲਨਾ ਦੂਜੀ ਧਿਰ ਨਾਲ ਦਰਸਾਈ ਜਾਵੇ। ਜਿਵੇਂ ਕੱਪੜਾ ਦੁੱਧ ਵਰਗਾ ਚਿੱਟਾ ਹੈ, ਇਸ ਵਿੱਚ 4 ਗੁਣ ਹੋਣੇ ਜ਼ਰੂਰੀ ਹਨ। ਉਪਮੇਯ ਜਿਸ ਦੀ ਸਾਂਝ ਦਰਸਾਈ ਜਾਵੇ, ਜਿਵੇਂ ਕਿ ਕੱਪੜਾ। ਉਪਮਾਨ ਜਿਸ ਦੇ ਨਾਲ ਸਾਂਝ ਦਰਸਾਈ ਜਾਵੇ, ਜਿਵੇਂ ਕਿ ਦੁੱਧ। ਵਾਚਕ ਸਾਂਝ ਦੱਸਣ ਵਾਲਾ ਸ਼ਬਦ, ਜਿਵੇਂ ਕਿ ਵਾਂਗ, ਵਰਗਾ, ਜਿਹਾ। ਤੇ ਧਰਮ ਹੁੰਦਾ ਹੈ ਉਹ ਸਾਂਝਾ ਗੁਣ, ਜਿਵੇਂ ਕਿ ਚਿੱਟਾ, ਚਟਿਆਈ। ਸੋ ਇਹ ਹੁੰਦਾ ਉਪਮਾ। ਤੇ ਰੂਪਕ ਅਲੰਕਾਰ ਹੁੰਦਾ ਜਦ ਕਿਸੇ ਰਚਨਾ 'ਚ ਇੱਕ ਧਿਰ ਨੂੰ ਕਿਸੇ ਦੂਜੀ ਧਿਰ ਦਾ ਰੂਪ ਹੀ ਬਣਾ ਦਿੱਤਾ ਜਾਵੇ। ਸਾਂਝ ਇੰਨੀ ਜ਼ਿਆਦਾ ਵੱਧ ਗਈ ਕਿ ਦੋਵਾਂ 'ਚ ਫਰਕ ਹੀ ਨਹੀਂ ਰਿਹਾ, ਫਾਸਲਾ ਖਤਮ। ਜਿਵੇਂ ਕਿ ਕੱਪੜਾ ਦੁੱਧ ਚਿੱਟਾ ਹੈ, ਦੁੱਧ ਵਰਗਾ ਨਹੀਂ ਕਿਹਾ ਬਲਕਿ ਦੁੱਧ ਚਿੱਟਾ ਕਿਹਾ। ਇਸ ਦੇ ਵੀ 2 ਭਾਗ ਹਨ, ਅਭੇਦ ਰੂਪਕ ਤੇ ਤਦਰੂਪ ਰੂਪਕ। ਅਭੇਦ ਰੂਪਕ ਤਾਂ ਇਹ ਜਦ ਦੋਹਾਂ ਧਿਰਾਂ 'ਚ ਉਪਮੇਯ ਤੇ ਉਪਮਾਨ 'ਚ ਕੋਈ ਫਰਕ ਹੀ ਨਾ ਹੋਵੇ, ਜਿਵੇਂ ਮੈਂ ਲੌਂਗ ਤੇ ਤੂੰ ਲਾਚੀ। ਤੇ ਤਦਰੂਪ ਰੂਪਕ ਹੁੰਦਾ ਜਦ ਦੋਹਾਂ ਧਿਰਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੋਵੇ, ਜਿਵੇਂ ਸਾਡੀ ਜਮਾਤ ਦਾ ਮੁੰਡਾ ਤਾਂ ਨਿਰਾ ਬੱਬੂ ਮਾਨ ਹੈ, ਤਾਂ ਪਤਾ ਲੱਗ ਗਿਆ ਕਿ ਬੱਬੂ ਮਾਨ ਤਾਂ ਨਹੀਂ ਪਰ ਉਹਦੇ ਵਰਗਾ ਜ਼ਰੂਰ ਹੈ। ਤੇ ਆਖਰ 'ਚ ਗੱਲ ਕਰਦੇ ਹਾਂ ਦ੍ਰਿਸ਼ਟਾਂਤ ਅਲੰਕਾਰ ਦੀ। ਜਦ ਕਿਸੇ ਰਚਨਾ 'ਚ ਕੋਈ ਮਿਲਦੀ ਜੁਲਦੀ ਉਦਾਹਰਨ ਦੇ ਕੇ ਪੂਰਾ ਬਿੰਬ ਚਿੱਤਰ ਕੇ ਸਪਸ਼ਟ ਕੀਤਾ ਜਾਵੇ ਕੋਈ ਵੀ ਵਰਤਾਰਾ। ਜਿਵੇਂ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ। ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਨਾਲ ਦੁਨੀਆ 'ਚੋਂ ਇੰਜ ਹਨੇਰ ਮਿਟ ਗਿਆ ਜਿਵੇਂ ਕਿ ਸੂਰਜ ਦੇ ਆਉਣ ਨਾਲ ਹਨੇਰ ਮਿਟਦਾ ਹੈ। ਅਗਲੀ ਉਦਾਹਰਨ ਵੀ ਵੇਖੋ। ਰਾਤ ਉਤਰੀ ਜਿਵੇਂ ਪਹਾੜੋਂ ਨਦੀ, ਚੰਨ ਚੜ੍ਹਿਆ ਜਿਵੇਂ ਸਰੂਰ ਚੜ੍ਹੇ। ਸੋ ਰਾਤ ਪੈਣ ਤੇ ਚੰਨ ਚੜ੍ਹਨ ਦਾ ਕਿਸ ਤਰ੍ਹਾਂ ਨਾਲ ਉਦਾਹਰਨਾਂ ਦੇ ਕੇ ਸਪਸ਼ਟ ਕੀਤਾ ਗਿਆ ਹੈ। ਉਮੀਦ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਅਲੰਕਾਰ ਬਾਰੇ ਜਾਣਕਾਰੀ ਸਮਝ ਵੀ ਆ ਗਈ ਹੋਏਗੀ ਤੇ ਚੰਗੀ ਵੀ ਲੱਗੀ ਹੋਏਗੀ। ਬਹੁਤ ਬਹੁਤ ਧੰਨਵਾਦ।